ਗੁਰੂ ਪਾਤਸ਼ਾਹ ਜੀ ਸਿਮਰਨ ਕਰਾ ਰਹੇ ਸੀਗੇ ਤੇ ਮੇਰੇ ਕੰਨਾਂ ਵਿੱਚ ਜਿਹੜੀ ਗੱਲ ਪੈ ਰਹੀ ਸੀ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਮਤਲਬ ਕਿ ਗੱਲ 3-4 ਸ਼ਬਦ ਮੇਰੇ ਅਨਸੁਰਤ ਵਿੱਚ ਹੀ ਆਏ, ਜਿਹੜੇ ਉਹ ਇਹ ਸੀਗੇ, ਸਭੇ ਘਟ ਰਾਮ ਬੋਲੇ ਰਾਮਾ ਬੋਲੇ ਹਰ ਬਿਨ ਅਵਰ ਨਾ ਦੇਖੋ। ਮਤਲਬ ਕਿ ਜਿਹੜੇ ਹੋਰ ਵੀ ਸ਼ਬਦ ਸੀਗੇ ਜਿਹੜੇ ਮੈਨੂੰ ਹੁਣ ਤੱਕ ਯਾਦ ਨਹੀਂ ਹੈਗੇ, ਪਰ ਮੈਂ ਇਹ ਚੀਜ਼ ਨੂੰ ਸਮਝਿਆ ਕਿ ਇੱਕ ਤੋਂ ਗੱਲ ਸ਼ੁਰੂ ਕਰੀਏ। ਹੁਣ ਇੱਕ ਤੋਂ ਗੱਲ ਕਿੱਦਾਂ ਸ਼ੁਰੂ ਕਰੀਏ? ਵਾਹਿਗੁਰੂ, ਮੈਂ ਗੁਰੂ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਗੁਰੂ ਪਾਤਸ਼ਾਹ ਜੀ ਤੁਸੀਂ ਜਿਹੜੀ ਗੱਲ ਮੈਨੂੰ ਹੁਣ ਸਮਝਾਈ ਹੈ ਵਾਲੀ, ਮੇਰਾ ਕੁਐਸਚਨ ਸੀ ਤੁਹਾਡੇ ਅੱਗੇ, ਤੁਸੀਂ ਮੈਨੂੰ ਇਹਦਾ ਜਵਾਬ ਵੀ ਦੇ ਦਿੱਤਾ। ਹੁਣ ਇੰਨੀ ਕਿਰਪਾ ਕਰਿਓ ਮੇਰੇ ਸਿਰ ਤੇ ਹੱਥ ਰੱਖ ਕੇ ਕਿ ਸਮਝਾਉਣਾ ਸ਼ੁਰੂ ਕਰ ਦਿਓ। ਤੇ ਵਾਹਿਗੁਰੂ ਆਪ ਜੀ ਯਕੀਨ ਕਰੋਗੇ, ਜਦੋਂ ਮੈਂ ਇੱਕ ਤੋਂ ਖੇਡ ਦੇਖਣੀ ਸ਼ੁਰੂ ਕੀਤੀ, ਫਿਰ ਮੈਂ ਜੌਬ ਤੇ ਜਾਂਦਾ ਸੀ, ਮੈਂ ਕਦੀ ਇਹ ਨਹੀਂ ਸੋਚਿਆ ਕਿ ਇਹ ਮੇਰਾ ਕੋਈ ਕਸਟਮਰ ਹੈਗਾ। ਮੈਂ ਇਹ ਸੋਚਿਆ ਕਿ ਇਹ ਵਾਹਿਗੁਰੂ ਆ ਰਿਹਾ ਮੇਰੇ ਵਾਸਤੇ। ਬੌਸ ਦੇ ਵਿੱਚ ਮੈਂ ਵਾਹਿਗੁਰੂ ਵੇਖਣਾ ਸ਼ੁਰੂ ਕੀਤਾ, ਆਪਣੇ ਜਿਹੜੇ ਮੇਰੇ ਥੱਲੇ ਕਰੂ ਮੈਂਬਰ ਸੀਗੇ ਉਹਨਾਂ ਦੇ ਵਿੱਚ ਵਾਹਿਗੁਰੂ ਦੇਖਣਾ ਸ਼ੁਰੂ ਕੀਤਾ, ਤੇ ਜਿਹੜੇ ਹੋਰ ਕਸਟਮਰ ਆਉਂਦੇ ਸੀ ਉਹਨਾਂ ਵਿੱਚ ਵਾਹਿਗੁਰੂ ਦੇਖਣਾ ਸ਼ੁਰੂ ਕੀਤਾ, ਦੁਕਾਨਦਾਰਾਂ ਦੇ ਵਿੱਚ ਵਾਹਿਗੁਰੂ ਦੇਖਣਾ ਸ਼ੁਰੂ ਕੀਤਾ। ਮੈਂ ਜਿੱਥੇ ਜਿੱਥੇ ਮੇਰਾ ਲਿੰਕ ਬਣਿਆ, ਜਿੱਥੇ ਜਿੱਥੇ ਮੈਂ ਵਿਚਰ ਰਿਹਾ ਸੀ ਦੁਨੀਆ ਦੇ ਵਿੱਚ, ਉੱਥੇ ਮੈਂ ਇੱਕ ਤੋਂ ਸ਼ੁਰੂ ਖੇਡ ਕਰਤੀ ਕਿ ਇਹ ਮੇਰਾ ਵਾਹਿਗੁਰੂ ਆ, ਇਹ ਮੇਰਾ ਵਾਹਿਗੁਰੂ। ਇਸ ਚੀਜ਼ ਨੂੰ ਲੱਗਣ ਨੂੰ ਮੈਨੂੰ ਕਾਫੀ ਸਮਾਂ ਲੱਗ ਗਿਆ। ਇਹ ਕਹਿਣਾ ਥੋੜਾ ਜਿਹਾ ਆਸਾਨ ਹੈਗਾ ਕਿ ਸਾਰੇ ਵਿੱਚ ਵਾਹਿਗੁਰੂ ਦੇਖਣਾ, ਪਰ ਇਸ ਚੀਜ਼ ਨੂੰ 100% ਪ੍ਰੈਕਟੀਕਲ ਵਿੱਚ ਲੈ ਕੇ ਆਉਣਾ, ਇਹ ਗੁਰੂ ਪਾਤਸ਼ਾਹ ਦੀ ਨਿਰੋਲ ਬਖਸ਼ਿਸ਼ ਆ, ਨਿਰੋਲ ਗੁਰੂ ਪ੍ਰਸਾਦ ਆ। ਤੇ ਮੈਂ ਗੁਰੂ ਪਾਤਸ਼ਾਹ ਜੀ ਅੱਗੇ ਇਹੀ ਸ਼ੁਕਰ ਕਰ ਰਿਹਾ ਸੀ। ਉਸ ਦਿਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਮੈਂ ਸਾਰੇ ਵਿੱਚ ਵਾਹਿਗੁਰੂ ਦੇਖਣਾ ਸ਼ੁਰੂ ਕੀਤਾ, ਕਿ ਭਾਵੇਂ ਕਈ ਵਾਰੀ ਮਨ ਨਹੀਂ ਕਰਦਾ ਸੀਗਾ ਉਸ ਚੀਜ਼ ਨੂੰ ਮੰਨਣ ਨੂੰ, ਨਹੀਂ ਵਾਹਿਗੁਰੂ ਇਹ ਗਲਤ ਗੱਲ ਹੈਗੀ ਆ, ਨਹੀਂ ਇਹ ਵਾਹਿਗੁਰੂ ਹੈਗਾ ਤੇਰਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਤੈਨੂੰ ਅਗਰ ਇਹ ਹੁਕਮ ਕਰਦੇ ਤੂੰ ਕੀ ਕਰਨਾ ਸੀਗਾ? ਤੂੰ ਨੱਕ ਚੜਾਉਣਾ ਸੀਗਾ? ਨਹੀਂ। ਕਈ ਵਾਰੀ ਅਸੀਂ ਗਲਤ ਹੁੰਦੇ ਹਾਂ ਤੇ ਸਾਨੂੰ ਕਈ ਕੁਝ ਗਲਤ ਬੋਲ ਸਾਨੂੰ ਸਮਝਾਉਂਦਾ ਤੇ ਸਾਨੂੰ ਉਹ ਵੀ ਚੰਗਾ ਲੱਗਦਾ। ਕਈ ਵਾਰੀ ਸਾਡੇ, ਹੁਣ ਇੱਕ ਵਾਰੀ ਐਕਸੀਡੈਂਟ ਹੋਇਆ ਮੇਰਾ, ਐਕਸੀਡੈਂਟ ਹੁੰਦੇ ਸਾਰੀ ਮੈਂ ਬੱਚਾ ਸੀ, ਗੱਡੀ ਚਲਾ ਰਿਹਾ ਸੀਗਾ, ਤੇ ਉੱਥੇ ਮੈਨੂੰ ਬੜਾ ਉਹਨੂੰ ਇੱਕ ਵਾਰੀ ਆਇਆ, ਫਿਰ ਮੈਨੂੰ ਉਹਦੇ ਚ ਵਾਹਿਗੁਰੂ ਦਿਖਿਆ। ਮੈਨੂੰ ਇਹ ਵਾਹਿਗੁਰੂ ਦੇਖਿਆ ਕਿ ਉਹਦੇ ਚ ਮੈਨੂੰ ਸੱਟ ਤੇ ਮਾਰਤੀ, ਪਰ ਮੈਂ ਹੱਸ ਰਿਹਾ ਸੀਗਾ। ਹੱਸ ਇਸ ਕਰਕੇ ਰਿਹਾ ਸੀਗਾ, ਮੈਨੂੰ ਲੱਗਿਆ ਸੀ ਮੇਰੇ ਗੁਰੂ ਪਾਤਸ਼ਾਹ ਪਤਾ ਨਹੀਂ ਕਿੰਨਾ ਵੱਡਾ ਕਰਮ ਸੀ ਜਿਹੜਾ ਮੇਰਾ ਬਹੁਤ ਸਸਤੇ ਦੀ ਨਿਪਟਾਤਾ। ਅਗਰ ਮੈਂ ਉਦੋਂ ਇਹ ਵਿਚਾਰ ਕਰਦਾ ਪਿਆ ਸੀ, ਮੇਰੀ ਸਿੰਘਣੀ ਮੈਨੂੰ ਕਹਿੰਦੀ ਗੁਰਨੂਰ ਸਿੰਘ ਜੀ ਤੁਸੀਂ ਉਹਨੂੰ ਕੁਝ ਕਿਹਾ ਕਿਉਂ ਨਹੀਂ? ਮੈਂ ਕਿਹਾ ਮੈਨੂੰ ਤਾਂ ਕਹਿਣ ਨੂੰ ਕੁਝ ਕਿਹਾ, ਮਨ ਹੀ ਨਹੀਂ ਕੀਤਾ। ਮੈਂ ਉਹਦੇ ਵੱਲ ਵੇਖ ਕੇ ਹੱਸੀ ਜਾ ਰਿਹਾ ਸੀ, ਉਹ ਮੇਰੇ ਵੱਲ ਵੇਖ ਕੇ ਹੱਸੀ ਜਾ ਰਿਹਾ ਸੀ। ਉਹ ਕਹਿੰਦਾ ਸਰਦਾਰ ਪਾਗਲ ਹੋ ਗਿਆ, ਮੈਨੂੰ ਮਾਰੇ ਤੇ ਸੱਟ ਲੱਗੀ ਪਈ, ਖੂਨ ਨਿਕਲਦਾ ਪਿਆ, ਮੇਰੇ ਵੱਲ ਵੇਖ ਕੇ ਹੱਸਦਾ ਪਿਆ। ਤੇ ਮੈਂ ਕਿਹਾ ਤੁਸੀਂ ਕਹਿੰਦੀ, ਫਿਰ ਮੈਂ ਕਹਿੰਦੀ ਅਗਰ ਤੁਹਾਡੀ ਜਗ੍ਹਾ ਕੋਈ ਹੋਰ ਹੋਣਾ ਸੀ ਨਾ ਤਾਂ ਉਹਨੇ ਸ਼ਾਇਦ ਬਹੁਤ ਵਿਰੋਧ ਕਰਨਾ ਸੀ, ਬਹੁਤ ਜ਼ਿਆਦਾ ਉੱਤੇ, ਸ਼ਾਇਦ ਉਹਨੂੰ ਮਾਰ ਵੀ ਦਿੰਦਾ, ਥੋੜਾ ਬਹੁਤ ਮਾਰਦਾ ਹੀ। ਤੇ ਮੈਂ ਕਿਹਾ ਠੀਕ ਹੈ ਵਾਹਿਗੁਰੂ, ਇਹ ਸੋਚ ਹੈ ਗੁਰੂ ਪਾਤਸ਼ਾਹ ਜੀ। ਵਾਹਿਗੁਰੂ ਫਿਰ ਇਹ ਭਾਣਾ ਜਦੋਂ ਇੱਕ ਤੋਂ ਸ਼ੁਰੂ ਕਰਾਂਗੇ ਨਾ ਅਸੀਂ ਵੇਖਣਾ ਕਿਸੇ ਨੂੰ ਵੀ, ਭਾਵੇਂ ਜੋਬ ਹੋਵੇ, ਭਾਵੇਂ ਘਰ ਦੇ ਵਿੱਚ ਵਿਚਰੀਏ, ਭਾਵੇਂ ਬਾਹਰ ਦੇ ਵਿੱਚ ਵਿਚਰੀਏ, ਯਕੀਨ ਕਰਿਓ ਇਸ ਚੀਜ਼ ਦੇ ਉੱਪਰ ਇੰਨਾ ਪ੍ਰੈਕਟੀਕਲ ਲਾਈਫ ਗੁਰੂ ਸਾਹਿਬ ਬਖਸ਼ਦੇ ਆ। ਫਿਰ ਸਾਨੂੰ ਹਰ ਇੱਕ ਚੀਜ਼ ਭਾਣੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਦੇਖੋ ਤੁਹਾਨੂੰ ਕਿਸੇ ਦੀ ਗੱਲ, ਸਭ ਤੋਂ ਵੱਡਾ ਜਿਹੜਾ ਚੇਂਜ ਆਇਆ ਮੇਰੇ ਅੰਦਰ ਇਸ ਚੀਜ਼ ਸੋਚਣ ਤੋਂ ਬਾਅਦ, ਉਹ ਇਹ ਆਇਆ ਸੀਗਾ, ਮੇਰੇ ਬੋਲਣ ਦਾ ਤਰੀਕਾ, ਮੇਰੇ ਸੁਣਨ ਦਾ ਤਰੀਕਾ, ਮੇਰੇ ਵੇਖਣ ਦਾ ਤਰੀਕਾ, ਮੇਰੇ ਸੋਚਣ ਦਾ ਤਰੀਕਾ। ਵਾਹਿਗੁਰੂ ਹਰ ਇੱਕ ਚੀਜ਼ ਜਿਹੜੀ ਇੱਕ ਅੰਦਰਲੇ ਵਾਹਿਗੁਰੂ ਨਾਲ ਜੋੜਦੀ ਆ, ਉਹ ਮੇਰੇ ਸਾਰੇ ਸਭ ਕੁਝ ਚੇਂਜ ਹੋ ਚੁੱਕਿਆ ਸੀਗਾ ਮੇਰਾ। ਜਿਸ ਗੱਲਾਂ ਕਰਕੇ ਮੈਨੂੰ ਕੁਛ ਵਾਰੀ ਮੈਨੂੰ ਉਹ ਮਹਿਸੂਸ ਹੁੰਦਾ ਸੀ ਨਹੀਂ ਇਹ ਠੀਕ ਨਹੀਂ ਹੈਗਾ, ਮੈਨੂੰ ਉਹਦੇ ਵਿੱਚ ਸ਼ੁਰੂ ਹੋਣ ਲੱਗ ਗਿਆ ਨਹੀਂ ਇਹ ਠੀਕ ਹੈਗਾ। ਜਿੱਦਾਂ ਮੈਂ ਦੱਸਿਆ ਕਿ ਸੱਟ ਵਾਲੀ ਗੱਲ ਦੱਸੀ ਆਪ ਜੀ ਨੂੰ, ਮੇਰੇ ਤੋਂ ਇੱਕ ਬੜੀ ਵੱਡੀ ਗਲਤੀ ਹੋ ਗਈ ਸੀ ਜੋ ਮੈਨੂੰ ਨਹੀਂ ਪਤਾ ਸੀਗਾ। ਮੇਰੇ ਬੌਸ ਨੇ ਮੈਨੂੰ ਕੱਢਣਾ ਸ਼ੁਰੂ ਕਰ ਦਿੱਤਾ, ਕਹਿੰਦਾ ਕਿ ਤੈਨੂੰ ਟਰਮੀਨੇਟ ਕਰਨਾ ਪੈਣਾ। ਮੈਂ ਕਿਹਾ ਠੀਕ ਹੈ ਵਾਹਿਗੁਰੂ ਇਹ ਮੇਰਾ ਹੁਕਮ ਹੈ। ਕਹਿੰਦਾ ਕੀ ਹੁਕਮ ਹੈ? ਮੈਂ ਕਿਹਾ ਤੇਰਾ ਹੁਕਮ ਹੈ ਕਿ ਤੂੰ ਮੈਨੂੰ ਕੱਢਣਾ ਤੇ ਕੱਢ ਦੇ। ਉਹਨੇ ਮੈਨੂੰ ਕੱਢਿਆ ਹੀ ਨਹੀਂ, ਉਹਨੇ ਮੈਨੂੰ ਕਿਹਾ ਹੀ ਨਹੀਂ ਕਿ ਤੂੰ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਤੂੰ ਜਾ ਹੁਣ ਇੱਥੋਂ। ਜਦੋਂ ਇਹ ਗੱਲ ਕਹੀ ਮੈਂ ਕਿਹਾ ਠੀਕ ਹੈ ਹੁਕਮ ਹੈ। ਕਹਿੰਦਾ ਕੀ ਹੁਕਮ ਹੈ? ਮੈਂ ਕਿਹਾ ਤੇਰਾ ਹੁਕਮ ਹੈ। ਮੈਂ ਤੇ ਵਾਹਿਗੁਰੂ ਵੇਖ ਕੇ ਉਹਨੂੰ ਕਿਹਾ ਅੱਗਿਓ, ਮੈਨੂੰ ਤਾਂ ਗੁਰੂ ਪਾਤਸ਼ਾਹ ਦਿਖਦੇ ਪਏ ਸੀ। ਮੈਂ ਕਿਹਾ ਸੱਚੇ ਪਾਤਸ਼ਾਹ ਤੇਰਾ ਹੁਕਮ ਹੈ, ਤੂੰ ਮੈਨੂੰ ਕੱਢ ਦੇ, ਕੋਈ ਗੱਲ ਨਹੀਂ। ਉਹ ਮੇਰੇ ਉਹਨੇ ਕੁਛ ਕਿਹਾ ਹੀ ਨਹੀਂ ਮੈਨੂੰ, ਨਹੀਂ ਤੇ ਮੇਰੇ ਉਹ ਮਤਲਬ ਕਿ ਉਸ ਚੀਜ਼ ਤੱਕ ਕਿਸੇ ਨੂੰ ਬਚਾਇਆ ਨਹੀਂ ਜਾ ਸਕਦਾ, ਉਹ ਟੋਲਰੈਂਸ ਹੀ ਨਹੀਂ ਕੀਤੀ ਜਾ ਸਕਦੀ। ਫੂਡ ਸੇਫਟੀ ਤੋਂ ਰਿਲੇਟਿਡ ਇਸ਼ੂ ਸੀਗਾ। ਤੇ ਵਾਹਿਗੁਰੂ ਮੈਂ ਇੱਕ ਚੀਜ਼ ਦੱਸੀ ਜਿਹੜੀ ਹੁਣੇ ਆਹ ਵਾਲੀ ਗੱਲ, ਇਹਨੂੰ ਪਲੀਜ਼ ਸੋਚਿਓ ਇਸ ਗੱਲ ਤੇ। ਜਦੋਂ ਕਿਸੇ ਦੇ ਬੋਲਣ ਦਾ ਤਰੀਕਾ, ਜਦੋਂ ਗੁਰਬਾਣੀ ਨਾਲ ਸਾਡੀ ਜਦੋਂ ਸਾਂਝ ਪੈਂਦੀ ਹੈ, ਸਾਡੇ ਅੰਦਰ ਸਭ ਤੋਂ ਪਹਿਲਾਂ ਜਿਹੜਾ ਚੇਂਜ ਆਉਂਦਾ ਹੈ ਉਹ ਸਾਡੀ ਸੋਚ ਦਾ ਆਉਂਦਾ ਹੈ, ਸਾਨੂੰ ਭਾਣੇ ਦਾ ਹੀ ਆਉਂਦਾ ਹੈ। ਕਦੀ ਸਾਡੇ ਮੂੰਹ ਚੋਂ ਹਾਏ ਨਹੀਂ ਨਿਕਲਦੀ, ਕਦੀ ਸਾਡੇ ਮੂੰਹ ਚੋਂ ਕਿਸੇ ਵਾਸਤੇ ਵੀ ਸ਼ਬਦ ਨਹੀਂ ਨਿਕਲਦਾ ਬੁਰਾ।
ਸਾਡੀ ਸੋਚਣ ਦਾ ਤਰੀਕਾ, ਸਾਡੇ ਬੋਲਣ ਦਾ ਤਰੀਕਾ, ਸਾਡੇ ਰਹਿਣ ਦਾ ਤਰੀਕਾ, ਸਾਡੇ ਵੇਖਣ ਦਾ ਤਰੀਕਾ, ਸਾਡੇ ਸੁਣਨ ਦਾ ਤਰੀਕਾ, ਹਰ ਇੱਕ ਚੀਜ਼ ਦੇ ਵਿੱਚ ਸਾਡੇ ਬਦਲਾਵ ਆ ਜਾਂਦਾ ਹੈ। ਸਾਡੇ ਬਹਿਣ ਤੱਕ ਦੇ ਵਿੱਚ ਬਦਲਾਵ ਆ ਜਾਂਦਾ ਜਦੋਂ ਇੱਕ ਗੁਰਸਿੱਖ ਦੇ ਨਾਲ ਅਸੀਂ ਸਾਂਝ ਪਾਉਂਦੇ ਆ। ਉਹ ਏਦਾਂ ਦੀ ਵਾਈਬ੍ਰੇਸ਼ਨ ਫੀਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਤੁਹਾਨੂੰ ਲੱਗਦਾ ਜਿੱਦਾਂ ਤੁਸੀਂ ਸੰਗਤ ਚ ਹੋ ਕੇ ਆਏ ਹੋ। ਯਕੀਨ ਕਰਿਓ ਵਾਹਿਗੁਰੂ ਕਿ ਮੈਨੂੰ ਕਈ ਵਾਰੀ ਸੰਗਤ ਏਦਾਂ ਹੀ ਉਹ ਆਉਂਦੇ ਸੀਗੇ, ਮੈਨੂੰ ਨਹੀਂ ਪਤਾ ਕੌਣ ਹੁੰਦੇ ਸੀਗੇ, ਪਰ ਮੇਰੇ ਨਾਲ ਆ ਕੇ ਇੰਨੀ ਦੇਰ ਤੱਕ ਗੁਰੂ ਦੀ ਗੱਲਾਂ ਕਰਕੇ ਜਾਂਦੇ ਸੀਗੇ ਤੇ ਮੈਂ ਹੈਰਾਨ ਵੀ ਹੋ ਜਾਂਦਾ ਸੀਗਾ। ਤੇ ਇਸ ਭਾਣੇ ਵਿੱਚ ਮੈਂ ਅਗਰ ਉਹੀ ਭਾਣੇ ਨੂੰ ਅਗਰ ਕਹਿੰਦੇ ਨਾ ਮਤਲਬ ਕਿ ਜੇ ਆਪਦਾ ਨੂੰ ਅਵਸਰ ਵਿੱਚ ਬਦਲਣ ਵਾਲੀ ਗੱਲ ਹੈਗੀ ਆ ਕਿ ਤੁਹਾਨੂੰ ਇੱਕ ਪ੍ਰੋਬਲਮ ਆਈ ਆ, ਤੁਸੀਂ ਯੂ ਆਰ ਨੋਟ ਅ ਪ੍ਰੋਬਲਮ ਕ੍ਰੀਏਟਰ, ਯੂ ਸੋਲੂਸ਼ਨ ਸੋਲੂਸ਼ਨ ਕਰੋ ਕਿ ਹਾਂ ਇਹਦਾ ਸੋਲੂਸ਼ਨ ਕਿੱਦਾਂ ਕੀਤਾ ਜਾ ਸਕਦਾ। ਮੈਨੂੰ ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾਈ ਕਿ ਸਾਰੇ ਚ ਵਾਹਿਗੁਰੂ ਦੇਖਣਾ ਸ਼ੁਰੂ ਕਰ ਦੇ। ਵਾਹਿਗੁਰੂ ਮੇਰੀ ਸੰਗਤ ਜੋ ਹੋਈ ਉਸ ਟਾਈਮ, ਜੋ ਮੇਰੀ ਬਾਣੀ ਪੜਨ ਦੇ ਵਿੱਚ ਚੇਂਜ ਆਇਆ, ਜੋ ਮੇਰੀ ਗੁਰਬਾਣੀ ਵਿਚਾਰ ਦੇ ਵਿੱਚ ਮੇਰੀ ਚੇਂਜ ਆਇਆ, ਜੋ ਮੇਰੀ ਸੁਰਤ ਦੇ ਵਿੱਚ ਮੈਨੂੰ ਚੇਂਜ ਮਿਲਿਆ, ਉਹ ਅਨਬਿਲੀਵੇਬਲ ਸੀਗਾ। ਉਹਦੇ ਵਾਸਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਆਪ ਜੀ ਨੂੰ ਇਹ ਗੱਲ ਸਕਾਂ ਕਿ ਸਿਰਫ ਇੱਕ ਚੀਜ਼ ਕੀ ਮੰਨਣੀ, ਮੈਂ ਸਿਰਫ ਇਹ ਪਾਣਾ ਮੰਨਿਆ ਗੁਰੂ ਪਾਤਸ਼ਾਹ ਠੀਕ ਆ, ਤੁਸੀਂ ਮੈਨੂੰ ਸੰਗਤ ਤੋਂ ਦੂਰ ਰੱਖਿਆ, ਤੁਸੀਂ ਮੈਨੂੰ, ਮੈਂ ਉੱਥੇ ਨਹੀਂ ਹੈਗਾ ਜਿੱਥੇ ਸੰਗਤ ਵਸਦੀ ਆ, ਮੈਂ ਉੱਥੇ ਨਹੀਂ ਹੈਗਾ ਜਾਂ ਮੈਨੂੰ ਵੇਖ ਹੀ ਨਹੀਂ ਰਹੀ ਸੰਗਤ, ਗਲਤੀ ਮੇਰੀ ਹੈ ਜੋ ਮੈਨੂੰ ਸੰਗਤ ਨਹੀਂ ਦਿਖ ਰਹੀ। ਪਰ ਮੈਨੂੰ ਗੁਰੂ ਪਾਤਸ਼ਾਹ ਜੀ ਇੱਕ ਚੀਜ਼ ਬਖਸ਼ੀ ਤੇ ਗੁਰੂ ਪਾਤਸ਼ਾਹ ਸਾਰੇ ਵਿੱਚ ਵਾਹਿਗੁਰੂ ਦਿਖਾਣਾ ਸ਼ੁਰੂ ਕਰ ਦਿੱਤਾ। ਜੋ ਫਿਰ ਅਸੀਂ ਸੋਚਦੇ ਸੰਗਤ 100 ਪੁਰਾਣੀ ਹੈ ਦੀ, ਮੈਨੂੰ ਤਾਂ ਜਿੱਥੇ ਦੇਖਾਂ ਮੈਨੂੰ ਸੰਗਤ ਹੀ ਮਿਲੇ, ਮੈਂ ਹਰ ਕਿਸੇ ਨਾਲ ਵਾਹਿਗੁਰੂ ਕਹਿ ਗੱਲ ਕਰਾਂ। ਕਸਟਮਰ ਵਾਲੀ ਵੱਲ ਜਦੋਂ ਕਸਟਮਰ ਮੈਂ ਕਿਹਾ ਵਾਹਿਗੁਰੂ ਜੀ ਕੀ ਲਓਗੇ ਦੱਸੋ, ਵਾਹਿਗੁਰੂ ਜੀ ਕੀ ਚਾਹੀਦਾ ਤੁਹਾਡੀ, ਕੀ ਜਦੋਂ ਕਰੂ ਮੈਂਬਰ ਨਾ ਕਈ ਵਾਰੀ ਕਰੂ ਮੈਂਬਰ ਸਾਡੇ ਗਲਤੀ ਕਰ ਦਿੰਦੇ ਆ, ਹੁਣ ਕਸਟਮਰ ਕੰਪਲੇਨ ਆਉਂਦੀ ਹੈ, ਮੈਂ ਉਹਨਾਂ ਨੂੰ ਪੁੱਛਦਾ ਹਾਂਜੀ ਵਾਹਿਗੁਰੂ ਜੀ ਕੀ ਪ੍ਰੋਬਲਮ, ਮੈਂ ਵਾਹਿਗੁਰੂ ਕਹਿਣ ਦੀ ਗੱਲ ਉਹਦੀ ਪ੍ਰੋਬਲਮ ਹੀ ਖਤਮ ਹੋ ਜਾਂਦੀ ਸੀ। ਉਹ ਕਹਿੰਦਾ ਮੈਂ ਅੱਗੇ ਕੀ ਕੰਪਲੇਨ ਕਰਾਂ, ਮੈਨੂੰ ਕੀ ਬੋਲਾਂ, ਮੇਰੇ ਇੰਨੇ ਵੱਡੇ ਪ੍ਰੋਬਲਮ ਜਦੋਂ ਮੈਂ ਇੱਕ ਵਾਹਿਗੁਰੂ ਸ਼ਬਦ ਬੋਲਣ ਨਾਲ ਜੀ ਦੂਰ ਹੋ ਗਿਆ ਤੇ ਉਹਦੇ ਨਾਲ ਉਹ ਬੰਦਾ ਕੰਪਲੇਨ ਕਰਨ ਦੀ ਬਜਾਏ ਮੈਨੂੰ ਸੰਗਤ ਕਰ ਜਾਂਦਾ ਸੀ, ਮੇਰੇ ਨਾਲ ਉਹਦੀ ਵਿਚਾਰ ਕਰਕੇ ਜਾਂਦਾ ਸੀਗਾ। ਹੁਣ ਆਪ ਜੀ ਨੂੰ ਸਿਰਫ ਇੱਕ ਇਹ ਗੱਲ ਕਹਿਣਾ ਚਾਹੁੰਦਾ ਸੀਗਾ, ਇਸ ਭਾਣੇ ਨੂੰ ਸਮਝਣਾ ਨਾ ਤੇ ਹੋਰ ਸੌਖਾ ਕਰਨਾ ਹੈ ਤੇ ਸਾਰਿਆਂ ਦੇ ਵਿੱਚ ਇੱਕ ਤੋਂ ਸ਼ੁਰੂ ਕਰ ਦੋ ਖੇਡ, ਉਹ ਹੈਗੀ ਵਾਹਿਗੁਰੂ ਵੇਖਣਾ। ਯਕੀਨ ਕਰੋ ਇਸ ਚੀਜ਼ ਦੇ ਵਿੱਚ ਤੁਹਾਨੂੰ ਬਹੁਤ, ਮੇਰਾ ਜੋ ਹੈ ਦੇਖੋ ਹਰ ਕਿਸੇ ਦੀ ਆਪਣੀ ਅਵਸਥਾ ਹੈ, ਮੈਂ ਤੇ ਹਜੇ ਜੰਮਿਆ ਵੀ ਨਹੀਂ ਹੈਗਾ ਇਸ ਸਿੱਖੀ ਦੇ ਵਿੱਚ, ਤੇ ਮਤਲਬ ਕਿ ਬਹੁਤ ਕੁਛ ਚੇਂਜ ਦਿਖਿਆ ਮੇਰਾ, ਇਹ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਹੈਗਾ ਕਿ ਇੱਕ ਭਾਣੇ ਨੂੰ ਸਿਰਫ ਕੀ ਭਾਣਾ ਮੰਨਿਆ, ਗੁਰੂ ਸਾਹਿਬ ਨੇ ਮਨਵਾਇਆ, ਮੇਰੀ ਕੀ ਮੱਤ ਹੈ ਕਿ ਮੈਂ ਮੰਨ ਲਵਾਂ ਭਾਣਾ ਗੁਰੂ ਪਾਤਸ਼ਾਹ ਜੀ ਦਾ, ਉਹਨਾਂ ਨੇ ਮਨਵਾਇਆ ਕਿ ਹਾਂ ਇੱਕ ਚ ਵੇਖਣਾ ਸ਼ੁਰੂ ਕਰ, ਫਿਰ ਦੇਖੀ ਸੰਗਤ, ਤੂੰ ਸੰਗਤ ਦੀ ਗੱਲ ਕਰਦਾ, ਹਰ ਪਾਸੇ ਤਾਂ ਸੰਗਤ ਹੀ ਹੋ ਰਹੀ ਹੈ, ਕੀ ਪੇੜ, ਕੀ ਜੰਤੂ, ਕੀ ਤੇਰੇ ਕਸਟਮਰ, ਕੀ ਤੇਰੇ ਦੁਕਾਨਦਾਰ, ਕੀ ਡਾਕਟਰ, ਕੀ ਸਾਰੇ ਚ ਤਾਂ ਵਾਹਿਗੁਰੂ ਦੇਖ ਰਿਹਾ। ਤੇ ਉਹ ਮੇਰੀ 12 13 ਘੰਟੇ 9 ਘੰਟੇ ਦੀ ਸ਼ਿਫਟ ਹੁੰਦੀ ਸੀ ਮੇਰੀ, ਕਦੀ ਵਾਰੀ ਮੈਂ ਬਾਅਦ ਸ਼ਿਫਟ ਕਰਨ ਤੋਂ ਬਾਅਦ ਮੇਰਾ ਬੋਸ ਕਹਿੰਦਾ ਚੱਲ ਆਪਾਂ ਨਾ ਅੱਜ ਥੋੜੀ ਚੰਗੀ ਗੱਲਾਂ ਕਰਾਂਗੇ, ਮੈਂ ਕਿਹਾ ਕਿਹੜੀ ਚੰਗੀ ਗੱਲਾਂ ਕਰਨੀਆਂ ਮੇਰੇ ਨਾਲ, ਤੂੰ ਕਹਿੰਦਾ ਠੀਕ ਹੈ, ਕਹਿੰਦਾ ਬਾਅਦ ਚੋਂ ਬੈਠਾਂਗੇ। ਫਿਰ ਕਹਿੰਦਾ ਗੁਰੂ ਯਾਰ ਮੇਰੇ ਮਾਈਂਡ ਚ ਪੀਸ ਨਹੀਂ ਹੈਗਾ, ਮੈਨੂੰ ਪੀਸ ਚਾਹੀਦਾ ਹੈ। ਮੈਂ ਕਿਹਾ ਯਾਰ ਮੈਂ ਵਾਹਿਗੁਰੂ, ਮੈਂ ਕਿਹਾ ਸਰ ਚਲੋ ਤੁਸੀਂ ਜੌਬ ਖਤਮ ਕਰੋ ਫਿਰ ਆਪਾਂ ਵਿਚਾਰ ਕਰਾਂਗੇ ਇਸ ਚੀਜ਼ ਤੇ ਹੁਣ ਉਹ ਦੇਖੋ ਉਹਦੀ 9 ਘੰਟੇ ਸ਼ਿਫਟ ਖਤਮ ਹੋ ਗਈ, ਮੇਰੀ 9 ਘੰਟੇ ਦੀ ਸ਼ਿਫਟ ਖਤਮ ਹੋ ਗਈ, ਅਸੀਂ 2.5 3 ਘੰਟੇ ਗੁਰੂ ਪਾਤਸ਼ਾਹ ਜੀ ਦੀ ਗੱਲਾਂ ਕਰਦੇ ਸੀਗੇ। ਤੇ ਮੈਨੂੰ ਕੀ ਮਿਲਿਆ ਦੱਸੋ, ਮੈਨੂੰ ਤਾਂ ਸਭ ਕੁਝ ਮਿਲ ਗਿਆ ਜੋ ਮੈਂ ਸੋਚਦਾ ਹੀ ਸੀਗਾ, ਉਸ ਤੋਂ ਕਈ ਗੁਣਾ ਜ਼ਿਆਦਾ ਮਿਲ ਗਿਆ ਮੈਨੂੰ। ਤੇ ਮੈਂ ਇਹ ਗੱਲ ਜਸਟ ਇਹ ਗੱਲ ਕਹਿਣਾ ਚਾਹੁੰਦਾ ਸੀ ਸਾਹਿਬ ਜੀ ਸਾਰੀ ਸੰਗਤ ਨੂੰ ਕਿ ਭਾਣੇ ਵਿੱਚ ਦੇਖੋ ਗੁਰੂ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਦੇਖੀਏ, ਅਸੀਂ ਮਹਿਲ ਨਹੀਂ ਛੱਡੇ, ਅਸੀਂ ਬੱਚੇ ਸ਼ਹੀਦ ਨਹੀਂ ਕਰਾਏ, ਸਾਡੇ ਸਾਹਮਣੇ ਕਿਸੇ ਦੀ ਸ਼ਹੀਦੀਆਂ ਨਹੀਂ ਹੋਈਆਂ, ਉਹ ਵੀ ਭਾਣਾ ਸੀਗਾ। ਗੁਰੂ ਸਾਹਿਬ ਨੇ ਭਾਣਾ ਹੱਸਦੇ ਸੀ, ਗੁਰੂ ਸਾਹਿਬ ਵੇਖ ਕੇ ਉਹ ਗੁਰੂ ਸਾਹਿਬ ਹੱਸਦੇ ਸੀ ਵੇਖ ਕੇ, ਮਾਵਾਂ ਦੇ ਬੱਚੇ ਜਦੋਂ ਸ਼ਹੀਦ ਉਦੋਂ ਵੀ ਮਾਵਾਂ ਹੱਸਦੀਆਂ ਸੀਗੀਆਂ ਭਾਣੇ ਨੂੰ ਮੰਨ, ਭਾਣੇ ਦੀ ਤਾਂ ਖੇਡ ਸੀ, ਭਾਣੇ ਕਰਕੇ ਤਾਂ ਸਾਰੀ ਸਾਡੀ ਹਿਸਟਰੀ ਤਿਆਰ ਹੋਈ ਆ। ਅਗਰ ਭਾਣਾ ਹੀ ਨਹੀਂ ਮੰਨਿਆ ਜਾਂਦਾ ਸ਼ਾਇਦ ਫਿਰ ਤਾਂ ਕੋਈ ਏਦਾਂ ਦੀ ਹਿਸਟਰੀ ਤਿਆਰ ਹੋਣੀ ਨਹੀਂ ਸੀ ਸਾਡੇ ਨਾਲ ਕਿਸੇ ਦੀ ਵੀ। ਇਹ ਸਾਰੀ ਜਿਹੜੀ ਖੇਡ ਸਾਨੂੰ ਭਾਣਾ ਜਿਹੜਾ ਸ਼ਬਦ ਸਭ ਤੋਂ ਸਿੱਖੀ ਦਾ ਪਹਿਲਾ, ਮੈਨੂੰ ਜੋ ਹੁਣ ਤੱਕ ਇਹ ਗੱਲ ਸਮਝ ਆਈ ਹੈ ਵਾਹਿਗੁਰੂ, ਸਿੱਖੀ ਦਾ ਪਹਿਲਾ ਪੜਾਅ ਵੀ ਭਾਣਾ ਹੈ ਕਿ ਜਦੋਂ ਅਸੀਂ ਭਾਣਾ ਮੰਨਣਾ ਵਿੱਚ ਭਾਣੇ ਵਿੱਚ ਆ ਕੇ ਜਦੋਂ ਅਸੀਂ ਸ਼ੁਰੂ ਕਰਾਂਗੇ ਨਾ ਇਸ ਚੀਜ਼ ਨੂੰ ਮੰਨਣਾ, ਤੇ ਯਕੀਨ ਕਰਿਓ ਸੰਗਤ ਜੀ ਆਪ ਜੀ ਦਾ ਸੋਚਣ ਦਾ ਤਰੀਕਾ, ਮੈਂ ਫਿਰ ਸ਼ਬਦ ਜ਼ਰੂਰ ਕਰ ਰਿਹਾ ਕਿਉਂਕਿ ਇਹ ਅਸਲ 'ਚ ਸਾਡੇ ਬੇਸਿਕਸ ਹੈਗੇ ਆ, ਜਿਹਦਾ ਬੇਸਿਕ ਸਟਰੋਂਗ ਹੈ ਉਹਦਾ ਸਭ ਕੁਝ ਸਟਰੋਂਗ ਹੈ। ਸਾਨੂੰ ਸਿਰਫ ਸੰਗਤ ਕਰਕੇ 2 ਘੰਟੇ ਦੀ ਵਿਚਾਰ ਸੁਣ ਕੇ, ਸਿਮਰਨ ਕਰਕੇ, ਸਾਡੇ ਸੰਗਤ ਕਰਕੇ, ਬਾਣੀ ਵਿਚਾਰ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਸਾਡੇ ਅਗਰ ਸਾਡੇ ਸੁਭਾਅ ਦੇ ਵਿੱਚ, ਸਾਡੇ ਬੋਲਣ ਦੇ ਵਿੱਚ, ਸਾਡੇ ਸੁਣਨ ਦੇ ਵਿੱਚ
ਫਿਰ ਇੱਕ ਅਵਸਥਾ ਜਿਹੜੀ ਆਉਂਦੀ, ਮੈਨੂੰ ਜੋ ਸਮਝ ਆਈ ਸੀ, ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਨਹੋਂਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਤੁਹਾਨੂੰ ਮਤ ਹੈ ਕਿ ਹਾਂ ਇਹ ਚੀਜ਼ ਸਹੀ ਹੈ, ਇਹ ਖਰਾਬ ਕਰ ਰਿਹਾ ਹੈ, ਪਰ ਤੁਸੀਂ ਉੱਥੇ ਚੁੱਪ ਰਹੋ। ਉੱਥੇ ਤੁਸੀਂ ਕਿੰਨੀ ਵੱਡੀ, ਵਾਹਿਗੁਰੂ ਸੰਗਤ ਜੀ, ਕਿੰਨੀ ਵੱਡੀ ਗੱਲ ਹੈ ਕਿ ਤੁਸੀਂ, ਤੁਹਾਡੇ ਕੀ ਕੋਈ ਬੋਲਦਾ ਪਿਆ ਹੈ, ਮਤ ਹੈਗੀ ਹੈ, ਪਰ ਤੁਸੀਂ ਹੱਸਦੇ ਉੱਥੇ ਖੜੇ ਹੋਏ ਹੋ ਕਿ ਹਾਂ ਇਹਨੂੰ, ਪਰ ਕੋਈ ਗੱਲ ਨਹੀਂ। ਮੈਨੂੰ ਨਾ ਇੱਕ ਵਾਰੀ ਗੁਰੂ ਪਾਤਸ਼ਾਹ ਜੀ ਦੀ ਸੁਰਤ ਵਿੱਚ ਗੱਲ ਕਿ ਸੁਣਨਾ ਚਾਹੀਦਾ ਹੈ। ਮੂਰਖ ਹੈਗਾ ਵਾਹਿਗੁਰੂ, ਤਰੀਕੇ ਗੁਰੂ ਪਾਤਸ਼ਾਹ ਜੀ ਸਮਝਾਉਣ ਦੇ ਤਰੀਕੇ ਆ। ਮੈਨੂੰ ਗੁਰੂ ਸਾਹਿਬ ਨੇ ਕਿਹਾ ਸੁਣਨਾ ਚਾਹੀਦਾ। ਮੈਂ ਕਿਹਾ ਠੀਕ ਹੈ ਗੁਰੂ ਪਾਤਸ਼ਾਹ ਜੀ, ਸੁਣਨਾ ਚਾਹੀਦਾ। ਅਗਰ ਕੋਈ ਮੈਨੂੰ ਕੋਈ ਗੱਲ ਸਮਝਾਉਂਦਾ ਸੀ ਨਾ, ਮੈਂ ਕੋਈ ਵਿਚਾਰ ਵੀ ਕਰਦਾ ਸੀ ਨਾ ਮੇਰੇ ਨਾਲ ਗੁਰਬਾਣੀ ਦੀ। ਹੁਣ ਦੇਖੋ ਵਾਹਿਗੁਰੂ, ਸਾਡੀ ਜਿਹੜੀ ਸੰਗਤ ਸੀਗੀ ਨਾ, ਉਹ ਸਾਡੀ ਅਲੱਗ ਵਿਚਾਰ ਤੋਂ ਹੀ ਰਹੀ ਆ। ਵਿਚਾਰਾਂ ਕਰਕੇ ਹੀ ਸਾਡੀ ਸੰਗਤ ਜੁੜੀ ਹੋਈ ਹੁਣ ਤੱਕ। ਸਿਮਰਨ ਹਰ ਕੋਈ ਕਰ ਰਿਹਾ, ਬਾਣੀ ਹੋਰ ਕੋਈ ਪੜ੍ਹ ਰਿਹਾ, ਬਾਣੀ ਸੰਗਤ ਕੋਈ ਕਰ ਰਿਹਾ, ਪਰ ਵਿਚਾਰਾਂ ਕਰਕੇ ਸਾਡੀ ਸੰਗਤ ਹੁਣ ਤੱਕ, ਅਸੀਂ ਭਾਵੇਂ ਜਿੱਥੇ ਮਰਜ਼ੀ ਬੈਠੇ ਹੋਈਏ, ਇਹ ਸਾਡੀ ਵਿਚਾਰ ਹੀ ਹੈ ਜੋ ਸਾਨੂੰ ਹੁਣ ਤੱਕ ਬੁਲਾ ਕੇ ਬੈਠੀ ਹੋਈ ਆ। ਮੈਂ ਜਦੋਂ ਉਹਦੀ ਗੱਲ ਸੁਣਦਾ ਸੀ ਨਾ, ਤੇ ਮੈਨੂੰ ਚੀਜ਼ ਦਾ ਲੱਗਦਾ ਸੀ ਕਿ ਨਹੀਂ, ਇਹ ਗਲਤ ਵਿਚਾਰ ਕਰ ਰਿਹਾ ਇਸ ਚੀਜ਼ ਦੀ, ਇੱਕ ਗੁਰਬਾਣੀ ਦੀ ਲੈ ਕੇ ਚੱਲ ਰਿਹਾ ਕਈ, ਕਿਉਂਕਿ ਨਾ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹਾਂ। ਇਹ ਸਾਡੇ ਮੇਰੇ ਵਿੱਚ ਤਾਂ ਕਈ ਵਾਰੀ ਇਹ ਆਈ ਹੈ ਚੀਜ਼ ਕਿ ਅਸੀਂ ਇਹੋ ਜਿਹੀ ਸੰਗਤ ਮਿਲ ਗਈ ਨਾ ਗੁਰੂ ਪਾਤਸ਼ਾਹ ਜੀ ਨੂੰ, ਤੇ ਮਾਣ ਵੀ ਕਰ ਸਕਦੇ ਹਾਂ, ਪਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਹੋਰਾਂ ਨਾਲੋਂ ਸੁਪੀਰੀਅਰ ਸਮਝਦੇ ਕਿ ਹਾਂ ਅਸੀਂ ਸੁਪੀਰੀਅਰ ਹੈਗੇ ਇਹਨਾਂ ਨਾਲੋਂ, ਇਹਨਾਂ ਨੂੰ ਕੀ ਪਤਾ। ਤੇ ਮੈਨੂੰ ਗੁਰੂ ਪਾਤਸ਼ਾਹ ਕੰਨਾਂ ਵਿੱਚ ਗੱਲ ਹੋਈ, ਸੁਣਨਾ ਚਾਹੀਦਾ। ਮੈਂ ਉਹਦੀ ਵਾਹਿਗੁਰੂ ਗੱਲ ਸੁਣੀ, ਮੈਨੂੰ ਲੱਗਿਆ ਕਿ ਮੈਨੂੰ ਇੱਕ ਚੀਜ਼ ਦੇ ਦੋ ਰਸਤੇ ਮਿਲਦੇ ਪਏ ਆ, ਮੈਂ ਕਿਉਂ ਨਾ ਆਵਾਂ। ਇੱਕ ਮੈਂ ਕਹਾਂ ਕਿ ਭਾਈ ਹਰਵਿੰਦਰ ਸਿੰਘ ਜੀ, ਮੈਂ ਤੁਹਾਨੂੰ ਪੱਖੋਂ ਕੇ ਆਣਾ, ਤੇ ਮੈਂ ਪੱਖੋਂ ਕੇ ਆਣਾ, ਪਿੱਖੀ ਵਿੰਡ ਹੁੰਦੇ ਹੋਏ ਉਹ ਮਤਲਬ ਕਿ ਬੜਾ ਲੰਬਾ ਰੂਟ ਦੇਣਾ, ਇੱਕ ਰਸਤਾ ਹੈ। ਇੱਕ ਮੈਂ ਸਿੱਧਾ ਕਹਾਂ ਕਿ ਹਾਂ ਵੀ ਚੰਡੀਗੜ੍ਹ ਤੋਂ ਸਿੱਧਾ ਤੁਸੀਂ ਬੱਸ ਫੜਨੀ ਹੈ, ਤੇ ਤੁਸੀਂ ਸਿੱਧਾ ਜੰਡਿਆਲਾ ਉੱਤੇ ਗੁਰੂ ਤਰਨਾ, ਤੇ ਅੱਗੋਂ ਤੁਹਾਨੂੰ ਸਿੰਘਾ ਕੇ ਲੈ ਜਾਣਗੇ। ਦੋਨਾਂ ਵਿੱਚ ਫਰਕ ਹੈ, ਦੋਨਾਂ ਨੇ ਜਾਣਾ ਤੋਂ ਕੀ ਸੀਗਾ, ਪਰ ਗੱਲ ਕੀ, ਇੱਕ ਦਾ ਰੂਟ ਸੀਗਾ ਉਹ ਲੰਬਾ, ਮਤਲਬ ਕਿ ਕਿੱਥੋਂ ਗੋਇੰਦਵਾਲ ਹੁੰਦੇ ਹੋਏ ਉਹ ਸਾਰਾ ਲੰਬਾ ਰੂਟ ਸੀਗਾ, ਇੱਕ ਸਿੱਧਾ ਰੂਟ ਸੀਗਾ। ਹੁਣ ਤੁਸੀਂ ਜਦੋਂ ਕਿਸੇ ਦੀ ਗੱਲ ਸੁਣ ਰਹੀ ਆ, ਤੇ ਉਹਦੇ ਚ ਦੇਖਣਾ ਕਿਹੜਾ ਰੂਟ ਸ਼ਾਰਟ ਹੈ। ਇਹ ਚੀਜ਼ ਸੁਣਨ ਦੇ ਆਈ, ਇਹ ਚੀਜ਼ ਭਾਣੇ ਮੰਨਣ ਤੇ ਆਈ, ਇਹੀ ਤੇ ਸਾਡਾ ਵੀ ਕਰਕੇ ਹੁਣ ਤੱਕ ਅਸੀਂ ਜੁੜੇ ਹੋਏ ਹੈਗੇ ਆ। ਸਾਨੂੰ ਵੀ ਸਾਰਾ ਕੁਛ, ਸਾਨੂੰ ਵੀ ਕਹਿ ਲਓ ਸੰਗਤ ਨੇ, ਗੁਰੂ ਪਾਤਸ਼ਾਹ ਜੀ ਨੇ, ਜਾਂ ਗੁਰੂ ਪਾਤਸ਼ਾਹ ਨੇ ਭਾਈ ਸਾਹਿਬ ਨੂੰ ਭੇਜਿਆ, ਜਾਂ ਗੁਰੂ ਪਾਤਸ਼ਾਹ ਨੇ ਸਾਨੂੰ ਸੰਗਤ ਨੂੰ ਲਾਇਆ, ਜਾਂ ਸਾਡੇ ਕਰਮ ਸੀਗੇ ਕਿ ਸਾਨੂੰ ਇਹ ਸੰਗਤ ਨਾਲ ਜੁੜਨਾ ਸੀਗਾ। ਭਾਈ ਸਾਹਿਬ ਦੀ ਗੱਲਾਂ ਸਿੱਧੀਆਂ ਸੀਗੀਆਂ, ਗੁਰੂ ਪਾਤਸ਼ਾਹ ਦੀ ਗੱਲਾਂ ਸਿੱਧੀਆਂ ਸੀਗੀਆਂ। ਕੁਝ ਸਮੇਂ ਤੱਕ ਜਿਹੜੀ ਹੁਣ ਇੱਕ ਵਾਹਿਗੁਰੂ ਗੱਲ ਕਹੀ ਸੀ ਹਰਵਿੰਦਰ ਸਿੰਘ ਜੀ ਨੇ, ਕਿ ਆਪਾਂ ਇੱਕ ਟਾਈਮ ਤੱਕ ਹੀ ਇੱਕ ਪਰਸਨ ਨਾਲ ਜੁੜ ਸਕਦੇ ਹਾਂ। ਮੈਨੂੰ ਲੱਗਦਾ ਕਿ ਅਸੀਂ ਗੁਰੂ ਪਾਤਸ਼ਾਹ ਜੀ ਨਾਲ ਹਰ ਪਲ ਜੁੜ ਸਕਦੇ ਹਾਂ, ਹਰ ਪਲ ਜੁੜ ਸਕਦੇ ਹਾਂ। ਜਦੋਂ ਮੈਂ ਸੰਗਤ ਤੋਂ ਦੂਰ ਹੋਇਆ, ਤੇ ਮੈਨੂੰ ਲੱਗਿਆ ਨਹੀਂ, ਮੈਨੂੰ ਹੁਣ ਕੀ ਕਰਨਾ ਚਾਹੀਦਾ। ਜਦੋਂ ਮੈਨੂੰ ਇਹ ਗੱਲ ਸਮਝ ਆਈ, ਇੱਕ ਨਾਲ ਜੁੜਨਾ ਚਾਹੀਦਾ, ਇੱਕ ਨੂੰ, ਉਸ ਤੋਂ ਬਾਅਦ ਮੇਰੀ ਸਾਂਝ ਨਾਲ, ਮੇਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ, ਗੁਰੂ ਪਿਤਾ ਨਾਲ ਮੇਰੀ ਜਦੋਂ ਗੱਲ ਵਧੀ, ਤੇ ਮੈਂ ਹਰ ਦਿਨ ਗੁਰੂ ਪਾਤਸ਼ਾਹ ਜੀ ਨਾਲ ਉੱਠ ਕੇ ਸੁਰਤ ਵਿੱਚ ਗੱਲਾਂ ਕਰਦਾ ਸੀਗਾ। ਭਾਵੇਂ ਮੇਰਾ ਮਨ ਨਹੀਂ ਟਿਕਦਾ ਸੀ, ਕਈ ਵਾਰੀ ਨਹੀਂ, ਬੜੀ ਵਾਰੀ 2.5 ਘੰਟੇ ਬੈਠਾ ਰਹਿੰਦਾ ਸੀਗਾ, ਨਹੀਂ ਮੇਰਾ ਮਨ ਕਰਦਾ ਸੀ। ਕਈ ਵਾਰੀ ਸਾਡੇ ਕਰਮ ਏਦਾਂ ਦੇ ਅੱਗੇ ਆ ਜਾਂਦੇ ਆ, ਸਾਡੇ ਦਿਨਚਰਿਆ ਏਦਾਂ ਦਾ ਹੋ ਜਾਂਦਾ ਕਿ ਸਾਡਾ ਧਿਆਨ ਉਹ ਦਿਨਚਰਿਆ ਦੇ ਅਕੋਰਡਿੰਗ ਸਾਡਾ ਧਿਆਨ ਉੱਧਰ ਵਾਲੇ ਚੱਲ ਜਾਂਦਾ, ਕਈ ਵਾਰੀ ਏਦਾਂ ਹੁੰਦਾ। ਪਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਏਦਾਂ ਮੇਰੀ ਬਾਂਹ ਫੜੀ, ਮੇਰੇ ਏਦਾਂ ਉਂਗਲੀ ਫੜੀ। ਕਈ ਵਾਰੀ ਮੈਂ ਮੇਲਾ ਕਹੂੰਗਾ, ਮੇਲੇ ਵਿੱਚੋਂ ਖਿਡੌਣਾ ਵੇਖ ਕੇ ਦੂਰ ਹੋਣ ਦੀ ਕੋਸ਼ਿਸ਼ ਕੀਤੀ ਕਈ ਵਾਰੀ, ਪਰ ਮੇਰੇ ਗੁਰੂ ਪਿਤਾ ਨੇ ਮੈਨੂੰ ਕਦੀ ਮੇਰੀ ਬਾਂਹ ਨਹੀਂ ਛੱਡੀ, ਮੇਰੀ ਉਂਗਲੀ ਨਹੀਂ ਛੱਡੀ। ਮੈਂ ਕੀ ਬੇਨਤੀ ਕੀਤੀ, ਗੁਰੂ ਪਾਤਸ਼ਾਹ ਜੀ ਤੁਸੀਂ ਮੇਰੀ ਬਾਂਹ, ਮੈਂ ਤੁਹਾਡੀ ਬਾਂਹ ਨਹੀਂ ਫੜਨੀ। ਮੈਂ ਤੇ ਆ ਮੇਲੇ ਦੀ ਦੁਨੀਆ ਵੱਲ ਵੇਖ ਕੇ, ਖਿਡੌਣਿਆਂ ਵੱਲ ਵੇਖ ਕੇ, ਜਿੱਦਾਂ ਇੱਕ ਪਿਓ ਆਪਣੇ ਬੱਚਿਆਂ ਨੂੰ ਮੇਲਾ ਦਿਖਾਉਣ ਜਾਂਦਾ ਹੈ, ਦੋ ਚੀਜ਼ਾਂ ਹੈ, ਜਾਂ ਬੱਚਾ ਉਂਗਲੀ ਪਿਓ ਦੀ ਫੜ ਲੇ, ਜਾਂ ਪਿਓ ਬੱਚੇ ਦੀ ਉਂਗਲੀ ਫੜ ਲੇ। ਇੱਥੇ ਦੋ ਚੀਜ਼ਾਂ ਅਲੱਗ-ਅਲੱਗ ਹੈਗੀਆਂ। ਜਿੱਥੇ ਬੱਚੇ ਨੇ ਉਂਗਲੀ ਫੜੀ ਪਿਓ ਦੀ, ਸ਼ਾਇਦ ਉਹ ਹੋ ਸਕਦਾ ਕਿ ਉਹ ਕੋਈ ਵਧੀਆ ਜਿਹਾ ਖਿਡੌਣਾ ਵੇਖ ਕੇ, ਕੋਈ ਵਧੀਆ ਜਿਹਾ ਕੋਈ ਚੀਜ਼ ਵੇਖ ਕੇ ਆਪਣੇ ਪਿਓ ਦੀ ਉਂਗਲੀ ਛੱਡ ਕੇ ਉਸ ਖਿਡੌਣੇ ਵੱਲ ਤੁਰ ਪਵੇ। ਸ਼ਾਇਦ ਉਸ ਸਮੇਂ ਨੂੰ ਲੱਗਦੇ ਹੋਏ ਆਪਣੇ ਪਿਓ ਨੂੰ ਲੱਭਣ ਨੂੰ ਸਮਾਂ ਲੱਗ ਜੇ। ਦੂਸਰੀ ਗੱਲ ਵਾਹਿਗੁਰੂ ਇਹ ਹੈਗੀ ਹੈ ਕਿ ਜਦੋਂ ਆਪਾਂ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਸਾਡੇ ਤੇ ਤਰਸ ਕਰ ਦੋ, ਤਰਸਨ ਕੋ ਦਾਨ ਦੀਜੇ, ਮੰਗਤ ਜਨਦੀਨ ਖਰੇ ਦਰ ਠੰਡੇ। ਗੁਰੂ ਪਾਤਸ਼ਾਹ ਜੀ ਤੇਰੇ ਅੱਗੇ ਦਰ ਤੇ ਖੱਦਚੇ ਖੜੇ ਆ, ਗੁਰੂ ਪਾਤਸ਼ਾਹ ਤੂੰ ਸਾਡੀ ਉਂਗਲੀ ਫੜ ਲਾ, ਅਸੀਂ ਮਾਇਆਧਾਰੀ ਹੈਗੇ ਆ, ਅਸੀਂ ਲੂਣ ਹਰਾਮੀ ਆ ਗੁਰੂ ਪਾਤਸ਼ਾਹ ਜੀ, ਅਸੀਂ ਬਹੁਤ ਮਾਇਆਧਾਰੀ, ਸਾਡੀ ਸੋਚ ਹੀ ਮਾਇਆ ਵਿੱਚ ਹੋਈ ਆ, ਤੇ ਆਪਾਂ ਕਿੱਦਾਂ ਤੁਹਾਡੀ ਉਂਗਲੀ ਫੜ ਕੇ ਰੱਖਾਂ। ਤੂੰ ਸਾਡੀ ਉਂਗਲੀ ਫੜ ਲੈ ਗੁਰੂ ਪਾਤਸ਼ਾਹ, ਛੱਡੀ ਨਾ ਬਸ। ਅਸੀਂ ਕੀ ਕਰਦੇ ਫਿਰ, ਜਦੋਂ ਅਸੀਂ ਕਦੀ ਖਿਡੌਣਿਆਂ ਵੱਲ ਤੁਰਦੇ ਆ ਨਾ, ਤੇ ਸਾਡੀ ਗੁਰੂ ਪਾਤਸ਼ਾਹ ਬਾਂਹ ਨਹੀਂ ਛੱਡਦੇ, ਫਿਰ ਸਾਨੂੰ ਫੜ ਕੇ ਰੱਖਦੇ, ਨਹੀਂ ਕਹਿੰਦੇ ਪੁੱਤਰਾ ਨਹੀਂ, ਇਹ ਨਾਸ਼ਵਾਨ ਆ, ਇਹਨੇ ਸਦਾ ਨਹੀਂ ਰਹਿਣਾ ਤੇਰੇ ਨਾਲ, ਇਹ ਤੂੰ ਖਿਡੌਣਾ ਜਿਹਦੇ ਵੱਲ ਵੇਖ ਰਿਹਾ, ਜੋਬ ਆ, ਸੋਹਣੀ ਇਸਤਰੀ ਆ, ਜਾਂ ਸਭ ਕੁਛ ਆ। ਕਈ ਵਾਰ ਇਹਨਾਂ ਚੀਜ਼ਾਂ ਕਰਕੇ ਅਸੀਂ ਗੁਰੂ ਪਾਤਸ਼ਾਹ ਜੀ ਨੂੰ
ਥੋੜਾ ਪਿੱਛੇ ਰੱਖ ਦਿੰਦੇ ਆ, ਮੱਤ ਨੂੰ ਰੱਖ ਦਿੰਦੇ ਆ। ਕਈ ਵਾਰੀ ਸਾਰਾ ਬਹੁਤ ਕੁਝ ਚੀਜ਼ਾਂ ਹੁੰਦੀਆਂ ਜਿੱਦਾਂ ਕਿ ਅਸੀਂ ਉਹ ਖਿਡੌਣਿਆਂ ਵੱਲ ਵੇਖ ਕੇ ਗੁਰੂ ਸਾਹਿਬ ਦੀ ਉਂਗਲੀ ਛੱਡਣ ਨੂੰ ਕਰਦੇ ਆ, ਪਰ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਤੁਹਾਡੀ ਉਂਗਲੀ ਫੜ ਲਈ ਨਾ, ਗੁਰੂ ਪਾਤਸ਼ਾਹ ਨਹੀਂ ਛੱਡਣਗੇ। ਇਹ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਮੈਂ ਇਸ ਚੀਜ਼ ਨੂੰ ਮਹਿਸੂਸ ਕੀਤਾ। ਵਾਹਿਗੁਰੂ ਮੈਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੀ ਉਂਗਲੀ ਫੜਾਈ ਮੈਨੂੰ। ਗੁਰੂ ਪਾਤਸ਼ਾਹ ਨੇ ਕਹਿੰਦੇ ਮੈਂ ਤੇਰੀ ਏਦਾਂ ਦੀ ਉਂਗਲੀ ਫੜਨੀ ਹੈ ਤੇ ਛੱਡਣੀ ਨਹੀਂ। ਤੇ ਸੱਚ ਕਰਕੇ ਜਾਣੇ ਮੈਂ ਦੱਸ ਰਿਹਾ, ਕਈ ਵਾਰੀ ਚੰਗੀ ਜੌਬ ਕਰਕੇ, ਕਈ ਵਾਰੀ ਚੰਗੇ ਘਰ ਕਰਕੇ, ਜਿੱਦਾਂ ਮੈਂ ਕਿਸੇ ਦਾ ਰੂਮ ਰੈਂਟ ਤੇ ਲੈਣਾ ਤੇ ਮੈਨੂੰ ਘਰ ਬਹੁਤ ਦੂਰ ਮਿਲਦਾ ਪਿਆ ਪਰ ਸਸਤਾ ਮਿਲਦਾ ਪਿਆ, ਨਹੀਂ ਗੁਰੂ ਪਾਤਸ਼ਾਹ ਨੇੜੇ ਆ ਤੇ ਸੰਗਤ ਨੇੜੇ ਤੇ ਇੱਥੇ ਹੀ ਰਹਿਣਾ ਹੈ। ਤੇ ਗੁਰੂ ਏਦਾਂ ਦੀ ਅੰਦਰੋਂ ਵਿੱਚ ਦੇਖੋ, ਮੈਨੂੰ ਕਈ ਵਾਰੀ ਲੱਗਦਾ ਕਿ ਗੁਰੂ ਸਾਹਿਬ ਜੀ ਜਦੋਂ ਸਾਨੂੰ ਕੋਈ ਗੱਲ ਇਹ ਜਦੋਂ ਸ਼ੁਰੂ ਚ ਗੱਲ ਮੈਨੂੰ ਲੱਗੀ ਗੁਰੂ ਸਾਹਿਬ ਨੂੰ ਸਾਨੂੰ ਜਵਾਬ ਕਿੱਦਾਂ ਦਿੰਦੇ ਆ, ਸਾਡੇ ਅੰਦਰੋਂ ਆਵਾਜ਼ ਆਣੀ ਹੁੰਦੀ ਹੈ। ਫਿਰ ਉਹ ਇੱਕ ਜਿਹੜੀ ਆਵਾਜ਼ ਆਉਂਦੀ ਸਾਡੇ ਅੰਦਰੋਂ, ਕੋਈ ਵੀ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਨਾ, ਤੁਹਾਡੇ ਅੰਦਰ ਇੱਕ ਆਵਾਜ਼ ਆਉਂਦੀ ਹੈ, ਨਹੀਂ ਇਹ ਨਹੀਂ ਕਰਨਾ। ਸਾਨੂੰ ਗੁਰਬਾਣੀ ਤੋਂ ਕਾ ਸੁਣਾਈ ਸ਼ੁਰੂ ਹੋ ਜਾਂਦੀ ਦੇਣੀਆਂ ਉੱਥੇ, ਤੇ ਉਹ ਉੱਥੇ ਗੁਰੂ ਸਾਹਿਬ ਬੋਲਦੇ ਸਾਡੇ ਨਾਲ, ਉੱਥੇ ਸਾਡੀ ਸੁਰਤ ਵਿੱਚ ਗੁਰੂ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਆ, ਜੋ ਮੇਰੇ ਨਾਲ ਹੁੰਦਾ। ਤੇ ਉੱਥੇ ਫਿਰ ਮੈਂ ਉਸ ਚੀਜ਼ ਨੂੰ ਨਹੀਂ ਕਰਦਾ ਤਾਂ ਸੁਖੀ ਰਹਿੰਦਾ। ਜਿੱਥੇ ਮੈਂ ਉੱਥੇ ਉਲਟ ਗਿਆ ਤੇ ਫਿਰ ਮੈਂ ਛਿੱਤਰ ਖਾਂਦਾ, ਸੱਚੀ ਛਿੱਤਰ ਖਾਂਦਾ। ਕਈ ਵਾਰੀ ਮਾਇਆ ਪ੍ਰਧਾਨ ਹੈ, ਮਾਇਆ ਬਲਵਾਨ ਹੈ, ਮੈਂ ਵੀ ਮਾਇਆਧਾਰੀ ਬੰਦਾ ਹੈਗਾ, ਤੇ ਕਈ ਵਾਰੀ ਉਸ ਚੀਜ਼ ਨੂੰ ਮੇਰੇ ਤੋਂ ਨਹੀਂ ਹੁੰਦਾ। ਤੇ ਸੱਚ ਕਰਕੇ ਜਾਣਦੇ ਹੋ, ਜਿੱਥੇ ਮੈਂ ਇਹ ਪ੍ਰੈਕਟੀਕਲ ਤਾਂ ਵੀ ਗੁਰੂ ਸਾਹਿਬ ਕਰਾਉਂਦੇ ਕਿ ਦੇਖ ਲਾ, ਹਨਾ, ਜੋ ਸੋ ਸਿੱਖ ਸਕਾ ਬੰਦਾ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚਲੇ ਭਾਈ ਵਿਛੜ ਚੋਟਾ ਖਾਵੇ ਤੇ ਖਾ ਫਿਰ ਚੋਟਾ ਖਾ, ਲੈ ਲੈ ਨਜ਼ਾਰੇ ਆਪਣੇ ਭਾਣੇ ਵਿੱਚ ਚੱਲਣ ਦੇ ਤੂੰ। ਤੇ ਵਾਹਿਗੁਰੂ ਭਾਣੇ ਵਿੱਚ ਹੀ ਭਾਣਾ ਇੰਨੀ ਪਿਆਰੀ ਚੀਜ਼ ਆ ਨਾ, ਤੁਹਾਡੇ ਸਿਰ ਤੇ ਕੋਈ ਬਰਡਨ ਹੀ ਨਹੀਂ ਆ, ਤੁਹਾਡੇ ਸਿਰ ਤੇ ਕੋਈ ਪੰਡ ਹੀ ਨਹੀਂ ਆ। ਪਰਿਵਾਰ ਕਿਹਦਾ? ਗੁਰੂ ਪਾਤਸ਼ਾਹ ਜੀ ਦਾ। ਘਰ ਕਿਹਦਾ? ਗੁਰੂ ਪਾਤਸ਼ਾਹ ਜੀ ਦੀ। ਜੋਬ ਕਿਹਦੀ? ਗੁਰੂ ਪਾਤਸ਼ਾਹ ਜੀ ਦੀ। ਹਰ ਇੱਕ ਚੀਜ਼ ਤਾਂ ਗੁਰੂ ਪਾਤਸ਼ਾਹ ਜੀ ਦੀ ਹੈਗੀ ਆ। ਤੁਹਾਡੇ ਸਿਰ ਤੇ ਸਾਰੀ ਪੰਡੇ ਚੱਕ ਲਈ ਗੁਰੂ ਪਾਤਸ਼ਾਹ ਜੀ ਨੇ, ਤੁਹਾਨੂੰ ਤਾਂ ਸਿੱਧਾ ਤੁਰਨਾ, ਤੁਹਾਨੂੰ ਤਾਂ ਹੱਥ ਵੀ ਨਹੀਂ ਚੱਕਣੇ ਰੱਖਣੇ ਪੈਣੇ ਪੰਡ ਤੇ ਫੜਨ ਵਾਸਤੇ, ਨਹੀਂ ਰੱਖਣੇ ਪੈਣੇ ਪੰਡ। ਕਿਉਂ? ਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਕਿਹਾ ਪਾਣੇ ਵਿੱਚ ਹੈ, ਤੂੰ ਕੁਛ ਵੀ ਨਹੀਂ, ਤੇਰਾ ਤਾਂ ਕੁਛ ਹੋ ਹੀ ਨਹੀਂ ਸਕਦਾ, ਤੂੰ ਹੈ ਕਿ ਤੂੰ ਤੁੱਛ ਬੰਦਾ, ਤੇਰੇ ਹੱਥ ਵਿੱਚ ਕੀ ਹੈਗਾ? ਕੁਛ ਨਹੀਂ ਹੈਗਾ। ਜਦੋਂ ਤੂੰ ਭਾਣੇ ਵਿੱਚ ਮੰਨੇਗਾ ਨਾ ਤੇ ਤੇਰੀ ਸਾਰੀ ਪੰਡਾ ਮੇਰੀਆਂ, ਤੇਰੇ ਸਾਰੇ ਦੁੱਖ ਮੇਰੇ, ਤੇਰਾ ਸਾਰਾ ਪਰਿਵਾਰ ਮੇਰਾ, ਹਨਾ। ਜਾ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀ ਜਾਏ, ਮਤਲਬ ਕਿ ਅਗਰ ਲੱਖਾਂ ਬਾਹਾਂ ਵੀ ਇੱਕ ਪਾਸੇ ਹੋਣ ਤਾਂ ਗੁਰੂ ਨਾਲ ਹੈ ਨਾ, ਤੇ ਤਾਂ ਵੀ ਫਿਕਰ ਨਹੀਂ ਕਰਨੀ ਉਸ ਚੀਜ਼ ਦੀ। ਕਿਉਂ? ਕਿਉਂਕਿ ਉਸ ਸਮੇਂ ਤੁਹਾਡੇ ਨਾਲ ਗੁਰੂ ਪਿਤਾ ਤੁਹਾਡੇ ਨਾਲ ਬੈਠੇ ਆ, ਖੜੇ ਆ। ਦੋ ਬੱਚੇ ਲੜਾਈ ਕਰਦੇ ਆ ਨਾ ਪਿੰਡ ਵੀ ਜਾਂ ਕਿਤੇ ਵੀ, ਜਿੱਥੇ ਉਹਦਾ ਵੱਡਾ ਕੋਈ ਬੰਦਾ ਪਿੱਛੇ ਖੜਾ ਹੋਵੇ ਤੇ ਉਹ ਕਿੰਨਾ ਮਹਿਸੂਸ ਕਰਦਾ ਕਿ ਮੈਂ ਤਾਂ ਹੁਣ ਇਹਨੂੰ ਛੱਡਣਾ ਹੀ ਨਹੀਂ ਹੈਗਾ। ਕਿਉਂ? ਕਿਉਂਕਿ ਉਹਨੂੰ ਪਤਾ ਮੇਰੇ ਪਿੱਛੇ ਮੇਰਾ ਪਿਓ ਬੈਠ ਖੜਾ, ਜਾਂ ਮੇਰੇ ਪਿੱਛੇ ਮੇਰਾ ਭਰਾ ਖੜਾ, ਜਾਂ ਮੇਰੇ ਪਿੱਛੇ ਮੇਰੇ ਦੋਸਤ ਖੜੇ। ਉਹ ਕਦੀ ਨਹੀਂ ਰਹੂਗਾ ਇੱਕ ਦੋ ਚੀਜ਼ਾਂ ਤੋਂ। ਸੇਮ ਚੀਜ਼ ਉਹ ਫੀਲ ਕਰੋ ਬੱਚਿਆਂ ਜਦੋਂ ਅਸੀਂ ਹੁੰਦੇ ਸੀਗੇ। ਅੱਜ ਗੁਰੂ ਪੀਰ ਸਾਹਿਬ ਸਾਡੇ ਸਿਰ ਤੇ ਹੱਥ ਰੱਖ ਕੇ ਖੜੇ ਆ, ਤੇ ਅਸੀਂ ਇਸ ਚੀਜ਼ ਨੂੰ ਕਿੱਦਾਂ ਮੰਨੀਏ, ਅਸੀਂ ਹਰ ਇੱਕ ਸਿਚੁਏਸ਼ਨ ਨੂੰ ਕਿੱਦਾਂ ਲਈਏ। ਮੇਰੇ ਸਿਰ ਪੜਦਾ ਪਿਆ ਸੀਗਾ, ਮੈਂ ਗੁਰੂ ਪਾਤਸ਼ਾਹ ਜੀ ਕੋ ਪਹਿਲਾਂ ਹੁਣ ਸੇਵਾ ਸੀਗੀ, ਗੁਰਦੁਆਰੇ ਸਾਹਿਬ ਆ ਰਿਹਾ ਸੀਗਾ, ਬਾਈਕ ਮਾਰਤੀ ਮੇਰੇ ਵਿੱਚ, ਮੈਂ 10 ਫੁੱਟ ਤੱਕ ਰਗੜਦਾ ਗਿਆ, ਸਿਰ ਚੋਂ ਖੂਨ ਨਿਕਲਦਾ ਪਿਆ ਸੀਗਾ। ਮੈਂ ਰਾਸ਼ਨ ਦੇਣ ਦੀ ਬਜਾਏ ਪਹਿਲਾਂ ਗੁਰੂ ਪਾਤਸ਼ਾਹ ਦੇ ਕਮਰੇ ਵਿੱਚ ਗਿਆ, ਮੈਂ ਉੱਥੇ ਜਾ ਕੇ ਇੰਨਾ ਰੋਇਆ, ਗੁਰੂ ਪਾਤਸ਼ਾਹ ਜੀ ਤੁਸੀਂ ਮੇਰਾ ਕਮਾਲ ਕਰਤੀ, ਤੁਸੀਂ ਮੇਰੇ ਗਰਮ ਖੂਨ ਨਿਕਲਦਾ ਪਿਆ ਸਿਰ ਤੋਂ ਵਿੱਚੋਂ, ਤੇ ਮੈਂ ਉੱਥੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦਾ ਗਿਰਿਆ ਤੇ ਬਾਅਦ ਚ ਹਸਪੀਟਲ ਉੱਠਿਆ ਫਿਰ ਮੈਂ। ਮਤਲਬ ਕਿ ਮੈਂ ਦੱਸ ਰਿਹਾ ਕਿ ਤੁਹਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ, ਤੁਹਾਡਾ ਸੋਚਣ ਦਾ ਵੇਖਣ ਦਾ ਤਰੀਕਾ ਹੀ ਬਦਲ ਜਾਂਦਾ ਜਦੋਂ ਤੁਸੀਂ ਇੱਕ ਤੋਂ ਸ਼ੁਰੂ ਕਰਦੇ ਹੋ ਖੇਡ ਆਪਣੀ, ਤੇ ਜਦੋਂ ਤੁਸੀਂ ਬਾਣੀ ਦੇ ਉੱਤਰ ਚੱਲਦੇ ਹੋ ਤੁਹਾਨੂੰ ਆਪਣੀਆਂ, ਹੁਣ ਬਾਣੀ ਦੇ ਵਿਚਾਰ ਕਿਉਂ ਕਹਿੰਦੇ ਸਾਰੇ ਕਰਨੀ ਚਾਹੀਦੀ ਹੈ? ਗੁਰਬਾਣੀ ਦੀ ਵਿਚਾਰ ਇੱਕ ਤਾਂ ਆਤਮਿਕ ਖੁਰਾਕ ਹੈ, ਇੱਕ ਸਾਡੇ ਸੋਚ ਨੂੰ ਪੈਦਾ ਕਰਨ ਵਾਲੀ ਚੀਜ਼ ਹੈਗੀ ਆ। ਜਦੋਂ ਵੀ ਅਸੀਂ ਗੁਰਬਾਣੀ ਨੂੰ ਚੇਤੇ ਰੱਖਾਂਗੇ ਜਾਂ ਗੁਰਬਾਣੀ ਦੀ, ਹੁਣ ਸੰਗਤ ਵਿੱਚ ਮੈਂ ਗੱਲ ਸੱਚੀ, ਮੇਰਾ ਵੀ ਕਈ ਵਾਰੀ ਮੈਂ ਪੁੱਛੂੰਗਾ ਇਸ ਸੰਗਤ ਨੂੰ ਜੋ ਮੇਰੇ ਨਾਲ ਮੇਰੇ ਬੜੇ ਕੁਐਸਚਨਸ ਹੈਗੇ ਆ, ਪਰ ਮੈਂ ਸਿੱਧੀ ਗੱਲ ਗੁਰੂ ਪਾਤਸ਼ਾਹ ਜੀ ਨਾਲ ਕਰਦਾ, ਇਸ ਕਰਕੇ ਮੈਨੂੰ ਸਾਰੇ ਜਵਾਬ ਉਸੇ ਵੇਲੇ ਮਿਲ ਜਾਂਦੇ ਆ। ਤੇ ਮੈਂ ਕਦੀ ਕਿਸੇ ਨੂੰ ਫੋਨ ਨਹੀਂ ਕੀਤਾ, ਨਾ ਕਦੀ ਹਰਵਿੰਦਰ ਸਿੰਘ ਨੂੰ, ਨਾ ਕਦੀ ਗਗਨਦੀਪ ਸਿੰਘ ਨੂੰ, ਨਾ ਕਦੀ ਭਾਈ ਸਾਹਿਬ ਜੀ ਨੂੰ, ਨਾ ਕਦੀ ਕਿਸੇ ਨੂੰ ਵੀ ਨਹੀਂ ਮੈਂ ਕਦੀ ਫੋਨ ਕੀਤਾ, ਕਿਉਂਕਿ ਮੈਨੂੰ ਸੰਗਤ ਚੋਂ ਇੱਕ ਗੱਲ ਮਿਲ ਗਈ ਸੀਗੀ ਕਿ ਤੇਰੇ ਨੂੰ ਕੋਈ ਗੱਲ ਦਾ ਕੁਐਸਚਨ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੀ ਜਾਵੀਂ। ਤੇ ਮੈਂ ਗਿਆ ਤੇ ਮੈਨੂੰ ਉਹ ਮਿਲਿਆ ਜੋ ਮੈਂ ਐਕਸਪੈਕਟ ਵੀ ਨਹੀਂ ਕਰ ਰਿਹਾ ਸੀਗਾ, ਮੇਰੀ ਐਕਸਪੈਕਟੇਸ਼ਨ ਤੋਂ ਇੰਨਾ ਉੱਪਰ ਦਾ ਮਿਲਿਆ ਕਿ ਮੈਂ ਉਸ ਚੀਜ਼ ਨਾਲ ਇੰਨਾ ਰੱਜਿਆ ਤੇ ਮੈਨੂੰ ਗੁਰੂ ਤੋਂ ਬਿਨਾਂ ਕੋਈ ਹੋਰ ਦਿਖਿਆ ਹੀ ਨਹੀਂ, ਮੈਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਦਿਖਿਆ ਹੀ ਨਹੀਂ। ਤੇ ਵਾਹਿਗੁਰੂ ਬਸ ਮੈਂ ਇਹ ਮੈਨੂੰ ਲੱਗਿਆ ਕਿ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਭਾਣੇ ਨੂੰ ਹੋਰ ਸੌਖਾ ਮੰਨਣਾ ਹੋਵੇ ਤੇ ਉਹਦੇ ਚ ਵਾਹਿਗੁਰੂ ਵੇਖ ਲਓ, ਤੁਹਾਡਾ ਨਜ਼ਰੀਆ ਹੀ ਚੇਂਜ ਹੋ ਜਾਣਾ। ਮੇਰੇ ਨਾਲ ਪ੍ਰੈਕਟੀਕਲ ਇਸ ਕਰਕੇ ਹੋਇਆ ਕਿਉਂਕਿ ਮੈਂ ਇਹ ਸੋਚ ਕਰਕੇ ਹੀ ਬੜਾ ਕੁਛ ਸਵਾਰ ਲਿਆ ਆਪਣਾ।
ਬੜਾ ਕੁਝ ਸਬਰ ਹੈ ਮੇਰਾ ਵਾਹਿਗੁਰੂ, ਬਹੁਤ ਕੁਝ ਸਬਰ ਹੈ ਮੇਰਾ। ਤੇ ਮੈਂ ਵੀ ਚਾਹੁੰਦਾ ਆਪ ਜੀ ਅੱਗੇ, ਸਾਰੀ ਸੰਗਤ ਅੱਗੇ ਅਰਦਾਸ ਬੇਨਤੀ ਕਰਦਾ ਗੁਰੂ ਪਾਤਸ਼ਾਹ ਜੀ ਅੱਗੇ ਕਿ ਆਪਾਂ ਬਾਣੀ ਪੜ੍ਹ ਕੇ ਸਾਨੂੰ ਸਾਰੇ 'ਚ ਨਾ ਇੱਕ ਦਿਖਣਾ ਸ਼ੁਰੂ ਹੋ ਜਾਏ, ਇੱਕ ਵਾਹਿਗੁਰੂ ਦਿਖਣਾ ਸ਼ੁਰੂ ਹੋ ਜਾਏ, ਇੱਕ ਸਾਰੇ 'ਚ ਉਹ ਵਾਹਿਗੁਰੂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਏ। ਤੇ ਸੱਚ ਕਰਕੇ ਜਾਣਿਓ ਤੁਸੀਂ ਵਾਹਿਗੁਰੂ, ਤੁਹਾਡੇ ਅੰਦਰ ਇਹੋ ਜਿਹੀ ਵਾਈਬ੍ਰੇਸ਼ਨਸ ਖੜੀਆਂ ਹੋਣਗੀਆਂ ਕਿ ਬੰਦਾ 10 ਫੁੱਟ ਦੂਰ ਤੋਂ ਤੁਹਾਡੇ ਬਾਰੇ ਕੋਈ ਗੱਲ ਕਰ ਰਿਹਾ ਹੋਏਗਾ ਨਾ, ਤੇ ਤੁਹਾਨੂੰ ਦੀ ਗੱਲਾਂ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਜਾਣਗੀਆਂ। ਤੁਹਾਨੂੰ ਹਰ ਇੱਕ ਪਾਸਿਓਂ ਤੁਹਾਡੀ ਗੁਰੂ ਪਾਤਸ਼ਾਹ ਏਦਾਂ ਵਰਤਣਗੇ, ਤੁਹਾਨੂੰ ਪਤਾ ਲੱਗੀ ਜਾਊਗਾ। ਪਰ ਉੱਥੇ ਇਸ ਚੀਜ਼ ਨੂੰ ਬਖਸ਼ਿਸ਼ ਹੀ ਹੁੰਦੀ ਹੈ ਵਾਹਿਗੁਰੂ। ਉਹ ਅਹਿਸਾਸ ਹੁੰਦਾ ਕਿ ਹਾਂ ਗੁਰੂ ਪਾਤਸ਼ਾਹ ਜੀ ਨਾਲ ਖੜੇ ਹੁਣ, ਤੇ ਪੰਡ ਗੁਰੂ ਸਾਹਿਬ ਨੇ ਸਾਡੇ ਸਿਰ ਤੇ ਚੱਲ ਲਈ। ਹੁਣ ਇੱਕ ਬੱਚਾ ਜਾ ਰਿਹਾ, ਪਹਿਲਾਂ ਪੰਡ ਆਪਣੇ ਸਿਰ ਤੇ ਚੱਕ ਕੇ ਲੈ ਕੇ ਜਾ ਰਿਹਾ ਸੀ, ਉਸੇ ਵੇਲੇ ਪਿੱਛੇ ਮਤਲਬ ਕਿ ਪਿਓ ਆ ਗਿਆ। ਪਿਓ ਨੇ ਕਿਹਾ ਬੇਟਾ ਤੂੰ ਰੁਕ ਜਾ, ਮੈਨੂੰ ਆਪਣੀ ਪੰਡ ਫੜਾ। ਉਹਨੇ ਪੰਡ ਫੜੀ ਆਪਣੇ ਸਿਰ ਤੇ ਰੱਖ ਲਈ। ਹੁਣ ਕਹਿੰਦਾ ਚੱਲ ਮੇਰੇ ਨਾਲ, ਤੂੰ ਤੈਨੂੰ ਕੁਛ ਨਹੀਂ ਹੁੰਦਾ, ਚੱਲ ਮੇਰੇ ਨਾਲ। ਉਹ ਪੰਡ ਸਿਰ ਤੇ ਰੱਖਣ ਵਾਲੀ ਗੱਲ ਬਹੁਤ ਵੱਡੀ ਆ, ਮੈਂ ਬਿਆਨ ਨਹੀਂ ਕਰ ਸਕਦਾ ਵਾਹਿਗੁਰੂ। ਜਦੋਂ ਕੀ ਦੱਸਾਂ ਆਪ ਜੀ ਨੂੰ ਮੈਂ। ਵਾਹਿਗੁਰੂ ਬਖਸ਼ਿਸ਼ ਕਰਨ। ਇਹ ਮੇਰਾ ਛੋਟਾ ਜਿਹਾ, ਮੈਂ ਸੋਚਿਆ ਸੀ ਮੈਨੂੰ ਇਹ ਗੱਲ ਐਡ ਕਰਨੀ ਚਾਹੀਦੀ, ਮੈਂ ਤਾਂ ਇਜਾਜ਼ਤ ਮੰਗੀ ਸੰਗਤ ਤੋਂ ਕਿ ਇਹ ਭਾਣੇ ਨੂੰ ਹੋਰ ਸੌਖਾ ਕਰਨਾ। ਕਈ ਵਾਰੀ ਅਸੀਂ ਕਹਿੰਦੇ ਪਾਣਾ 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 ਬਹੁਤ ਕਹਿੰਦੇ ਆ, ਪਰ ਮੰਨਣ ਵੇਲੇ ਬਹੁਤ ਸਾਡੇ ਅੱਗੇ ਮਾਇਆ ਦੀ ਸੋਚ ਆ ਜਾਂਦੀ ਕੁਛ, ਪਰ ਉਸ ਵੇਲੇ ਸਾਨੂੰ ਗੁਰੂ ਦੀ ਮੱਤ ਨੂੰ ਪਹਿਲ ਦੋਗੇ ਤੇ ਮੈਨੂੰ ਲੱਗਦਾ ਕਿ ਇਹਦੇ ਰਿਜ਼ਲਟ ਬਹੁਤ ਅੱਛੇ ਆਣਗੇ ਵਾਹਿਗੁਰੂ। ਬਸ ਇਹ ਗੱਲ ਸ਼ੁਰੂ ਕਰਨੀ ਸੀ, ਬਾਕੀ ਸੰਗਤ ਜਿੱਦਾਂ ਹੁਕਮ ਕਰੇ ਵਾਹਿਗੁਰੂ।